ਹੈਲੋ एवरीवन ਗਿਲਸ ਮੈਂਟੋਰ ਦੇ ऑफिशियल यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣਾ ਅਕਾਊਂਟਸ ਦਾ ਲੈਕਚਰ 65 ਦੇਖਣ ਲੱਗੇ ਹਾਂ। ਠੀਕ ਹੈ, ਅੱਜ ਅਸੀਂ ਪਾਰਟਨਰਸ਼ਿਪ ਬਾਰੇ ਗੱਲ ਕਰਾਂਗੇ। ਇਹ ਪਾਰਟਨਰਸ਼ਿਪ ਦਾ ਲੈਕਚਰ ਦੋ ਪਾਰਟਸ ਵਿੱਚ ਆਏਗਾ। ਅੱਜ ਆਪਣਾ ਪਹਿਲਾ ਪਾਰਟ ਹੈ। ਅੱਜ ਵਿੱਚ ਆਪਾਂ ਇਸਦੀ ਇੰਟਰੋਡਕਸ਼ਨ ਸਮਝਾਂਗੇ ਅਤੇ ਨੈਕਸਟ ਵਿੱਚ ਆਪਾਂ ਇਹਦੇ ਅਕਾਊਂਟਿੰਗ ਟਰਮ ਸਮਝਾਂਗੇ। ਠੀਕ ਹੈ ਫਰੈਂਡਸ, ਸੋ ਸਟਾਰਟ ਕਰਦੇ ਹਾਂ। ਪਾਰਟਨਰਸ਼ਿਪ ਕਿਹਨੂੰ ਕਹਾਂਗੇ ਆਪਾਂ? ਪਾਰਟਨਰਸ਼ਿਪ ਨੂੰ ਕੁਛ ਬਸ ਇੰਨਾ ਕੁ ਫਰਕ ਹੈ ਇਸ ਵਿੱਚ ਕਿ ਜਿਵੇਂ ਆਪਾਂ ਨੋਰਮਲ ਬਿਜ਼ਨਸ ਦੇਖਦੇ ਹਾਂ ਕਿਸੇ ਦਾ। ਮੰਨ ਲਓ ਕਿਸੇ ਦਾ ਕਰਿਆਨੇ ਦਾ ਬਿਜ਼ਨਸ ਹੈ। ਠੀਕ ਹੈ, ਉਹਦਾ ਛੋਟਾ ਬਿਜ਼ਨਸ ਹੈ ਕਰਿਆਨੇ ਦਾ। ਕਿਸੇ ਦੁਕਾਨ ਵੱਡੀ ਹੁੰਦੀ ਹੈ, ਸ਼ੋਰੂਮ ਹੁੰਦਾ। ਠੀਕ ਹੈ, ਸ਼ੋਰੂਮ ਵਾਂਗ ਉਹਨਾਂ ਨੇ ਖੋਲ੍ਹਿਆ ਹੁੰਦਾ। ਕਿਸੇ ਦੁਕਾਨ ਛੋਟੀ ਹੁੰਦੀ ਹੈ। ਠੀਕ ਹੈ, ਤਾਂ ਸਪੋਜ਼ ਕਰੋ ਕੋਈ ਛੋਟੀ ਦੁਕਾਨ ਦਾ ਬੰਦਾ ਹੈ। ਠੀਕ ਹੈ, ਉਸਨੇ ਅੱਜ ਤੋਂ 5 ਸਾਲ ਪਹਿਲੇ ਕੋਈ ਕੰਮ ਖੋਲ੍ਹਿਆ। ਉਸ ਸਾਲ ਉਸ ਕੋਲ ਉਨਾ ਪੈਸਾ ਵੀ ਨਹੀਂ ਸੀ। ਠੀਕ ਹੈ, ਅਤੇ ਛੋਟੀ ਦੁਕਾਨ ਲੈ ਕੇ ਕਿਰਾਏ 'ਤੇ ਖੋਲ੍ਹ ਲਈ ਉਹਨੇ। ਠੀਕ ਹੈ, ਅਤੇ ਬਿਜ਼ਨਸ ਵਧਣ ਲੱਗ ਪਿਆ। ਜਦੋਂ ਬਿਜ਼ਨਸ ਵਧਣ ਲੱਗ ਪਿਆ, ਸੇਲ ਹੋਣ ਲੱਗ ਪਈ, ਕੰਮ ਚੱਲ ਗਿਆ ਉਹਦਾ। ਠੀਕ ਹੈ, ਕਰਿਆਨੇ ਦਾ ਕੰਮ ਚੱਲ ਪਿਆ। ਜਦੋਂ ਪ੍ਰੋਫਿਟਸ ਹੋਣ ਲੱਗ ਪਏ, ਬਟ ਟਾਈਮ ਦੇ ਨਾਲ ਨਾਲ ਕੀ ਹੋਣ ਲੱਗ ਪਿਆ ਕਿ ਜ਼ਮੀਨਾਂ ਵੀ ਮਹਿੰਗੀਆਂ ਹੋਣ ਲੱਗ ਪਈਆਂ। ਠੀਕ ਹੈ, ਜਿਸ ਕਰਕੇ ਜਿਹੜੀ ਕਿਰਾਏ ਦੀ ਦੁਕਾਨ ਸੀ ਉਸ ਤੋਂ ਵੱਡੀ ਦੁਕਾਨ ਨਹੀਂ ਲੈ ਪਾ ਰਿਹਾ ਸੀ ਉਹ। ਉਸ ਕੋਲ ਪੈਸੇ ਜ਼ਰੂਰ ਸੀ, ਮਗਰ ਉਹ ਸਿਰਫ ਸਮਾਨ ਪਾਉਣ ਲਈ ਪੈਸੇ ਸੀ ਸਿਰਫ ਉਸ ਕੋਲ। ਠੀਕ ਹੈ, ਵੱਡੀ ਦੁਕਾਨ 'ਚ ਰਾਸ਼ਨ ਮਤਲਬ ਕਿ ਪੂਰਾ ਸਮਾਨ ਪਾ ਸਕਦਾ ਸੀ। ਠੀਕ ਹੈ, ਸਟਾਕ ਪਾ ਸਕਦਾ ਸੀ, ਬਟ ਕੈਪੀਟਲ ਮਤਲਬ ਦੁਕਾਨ ਪਰਚੇਸ ਕਰਨੀ ਉਹਦੇ ਲਈ ਔਖੀ ਸੀ। ਹੁਣ ਉਹ ਸੋਚ ਰਿਹਾ ਯਾਰ ਮੈਨੇ ਆਪਣਾ ਬਿਜ਼ਨਸ ਵੀ ਐਕਸਪੈਂਡ ਕਰਨਾ ਹੈ। ਜੇ ਮੇਰਾ ਬਿਜ਼ਨਸ ਐਕਸਪੈਂਡ ਹੋਏਗਾ ਮੇਰੇ ਪ੍ਰੋਫਿਟਸ ਵੀ ਵੱਧ ਜਾਣਗੇ। ਹੁਣ ਮੈਂ ਕਰਾਂ ਤਾਂ ਕਰਾਂ ਕੀ? ਉਹ ਕੀ ਕਰਦਾ, ਕੀ ਕਰੇਗਾ? ਉਹ ਕੀ ਕਰੇਗਾ, ਕਿਸੇ ਐਸੇ ਬੰਦੇ ਨੂੰ ਢੂੰਡੇਗਾ ਜਿਸ ਦਾ ਆਪਣਾ ਬਿਜ਼ਨਸ ਹੀ ਉਸਦਾ ਕਰਿਆਨੇ ਦਾ ਕੰਮ ਹੋਵੇ ਅਤੇ ਐਕਸਪੀਰੀਅੰਸ ਹੋਵੇ ਉਸ ਕੋਲ। ਠੀਕ ਹੈ, ਪਿੱਛੇ ਕੰਮ ਕੀਤਾ ਪਿਆ ਹੋਵੇ। ਠੀਕ ਹੈ, ਅਤੇ ਉਸ ਬੰਦੇ ਨੂੰ ਜਾ ਕੇ ਕਹੇਗਾ, ਆਪਣੇ ਬਾਰੇ ਦੱਸੇਗਾ ਕੀ ਉਹਨੂੰ ਰਿਕੁਆਇਰਮੈਂਟ ਹੈ, ਅਤੇ ਇੱਕ ਔਫਰ ਲੈ ਕੇ ਜਾਏਗਾ। ਜੇ ਉਹ ਮੰਨ ਲੈਂਦਾ ਤਾਂ ਦੋਨੋਂ ਆਪਸ ਵਿੱਚ ਇੱਕ ਐਗਰੀਮੈਂਟ ਕਰ ਲੈਂਦੇ ਨੇ। ਠੀਕ ਹੈ, ਇੱਕ ਐਗਰੀਮੈਂਟ ਕਰ ਲੈਂਦੇ ਨੇ, ਮਤਲਬ ਕਿ ਮੰਨ ਲੈਂਦੇ ਨੇ। ਕੁਛ ਟਰਮਸ ਰੱਖਦੇ ਨੇ, ਕੁਛ ਕੰਡੀਸ਼ਨਸ ਰੱਖਦੇ ਨੇ। ਕੰਡੀਸ਼ਨਸ ਰੱਖ ਕੇ ਇੱਕ ਆਪਣਾ ਐਗਰੀਮੈਂਟ ਹੋ ਜਾਂਦਾ। ਠੀਕ ਹੈ, ਉਸ ਐਗਰੀਮੈਂਟ ਤੋਂ ਬਾਅਦ ਠੀਕ ਹੈ, ਮੰਨ ਲਓ ਕਿ ਉਹ ਨਵੀਂ ਦੁਕਾਨ 'ਤੇ ਚਲੇ ਜਾਂਦੇ ਨੇ। ਠੀਕ ਹੈ, ਕਿਉਂਕਿ ਜਿਸ ਨਾਲ ਉਹਨੇ ਐਗਰੀਮੈਂਟ ਕੀਤਾ ਉਸ ਨਾਲ ਕੁਛ ਐਸੇ ਐਗਰੀਮੈਂਟ ਹੋਏ ਹੋਣ ਜਿਸ ਵਿੱਚ ਦੁਕਾਨ ਉਹ ਪਰਚੇਸ ਕਰੇਗਾ, ਸਟਾਕ ਮੈਂ ਪਾਵਾਂਗਾ। ਠੀਕ ਹੈ, ਇਸ ਤਰ੍ਹਾਂ ਨਾਲ ਕੋਈ ਪਾਰਟਨਰਸ਼ਿਪ ਬਣਦੀ ਹੈ, ਬਿਲਡਅਪ ਹੁੰਦੀ ਹੈ। ਇਸੇ ਚੀਜ਼ ਨੂੰ ਆਪਾਂ ਕੀ ਕਹਾਂਗੇ? ਪਾਰਟਨਰਸ਼ਿਪ ਕਹਾਂਗੇ। ਇੱਕ ਬੰਦੇ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਸਿਰ ਜਿੰਨਾ ਕੰਟਰੀਬਿਊਟ ਕਰ ਸਕੇ ਉਸ ਬਿਜ਼ਨਸ 'ਚ ਕੰਟਰੀਬਿਊਟ ਕਰੇਗਾ, ਅਤੇ ਦੂਜਾ ਇਨਸਾਨ ਉਨਾ ਆਪਣੀ ਐਫੀਸ਼ੀਐਂਸੀ ਦੇ ਹਿਸਾਬ ਸਿਰ, ਆਪਣੀ ਕੈਪੇਬਿਲਿਟੀ ਦੇ ਹਿਸਾਬ ਸਿਰ ਜਿੰਨਾ ਉਹ ਦੇਣਾ ਚਾਹੇ ਉਨਾ ਦੇ ਕੇ ਇੱਕ ਬਿਜ਼ਨਸ ਤਿਆਰ ਕਰਨਗੇ। ਠੀਕ ਹੈ, ਉਸਦੇ ਮਾਲਕ ਦੋ ਹੋ ਸਕਦੇ ਹੈ, ਦੋ ਤੋਂ ਵੱਧ ਹੋ ਸਕਦੇ ਹੈ। ਠੀਕ ਹੈ, ਇਸ ਨੂੰ ਇੱਕ ਆਪਾਂ ਬਿਜ਼ਨਸ ਦੀ ਲੈਂਗੁਏਜ 'ਚ ਕੀ ਨਾਮ ਦੇ ਦਿੰਦੇ ਹਾਂ? ਪਾਰਟਨਰਸ਼ਿਪ। ਕੀ ਦੇ ਦਿੰਦੇ ਹਾਂ? ਪਾਰਟਨਰਸ਼ਿਪ। ਠੀਕ ਹੈ, ਇਸਦਾ ਬਿਜ਼ਨਸ ਕਿਸ ਤਰ੍ਹਾਂ ਚੱਲਦਾ ਆਪਣਾ? ਠੀਕ ਹੈ, ਆਪਣਾ ਇਹ ਸੋਲ ਪ੍ਰੋਪਰਾਈਟਰਸ਼ਿਪ ਇਕਾਂਗੀ ਵਪਾਰ, ਇਕੱਲੇ ਵਪਾਰ ਦੀ ਆਪਾਂ ਗੱਲ ਪਿੱਛੇ ਕਰ ਚੁੱਕੇ ਹਾਂ। ਠੀਕ ਹੈ, ਕਿ ਇੱਕ ਇਕੱਲੇ ਇਨਸਾਨ ਦਾ ਕੰਮ, ਇੱਕ ਛੋਟੀ ਦੁਕਾਨ ਦਾ ਕੰਮ। ਠੀਕ ਹੈ, ਛੋਟੀ ਜਿਹੀ ਦੁਕਾਨ। ਉਸ ਤੋਂ ਆਪਾਂ ਹੁਣ ਆ ਗਏ ਅੱਗੇ ਵੱਡੀ ਦੁਕਾਨ। ਠੀਕ ਹੈ, ਜਿਸ ਵਿੱਚ ਨਾ ਤਾਂ ਕਿਰਾਏ 'ਤੇ ਦੁਕਾਨ ਹੈ। ਠੀਕ ਹੈ, ਨਾ ਉਸ ਇਕੱਲੇ ਬੰਦੇ ਦੀ ਦੁਕਾਨ ਹੈ, ਦੋ ਬੰਦਿਆਂ ਦੀ ਦੁਕਾਨ ਆ ਉਹ। ਠੀਕ ਹੈ ਨਾ ਫਰੈਂਡਸ, ਅਤੇ ਸਟਾਕ ਵੱਧਦਾ। ਠੀਕ ਹੈ, ਪਾਰਟਨਰਸ਼ਿਪ ਤੋਂ ਫਿਰ ਅੱਗੇ ਪਹੁੰਚਾਂਗੇ ਕਾਰਪੋਰੇਸ਼ਨ 'ਤੇ। ਠੀਕ ਹੈ, ਉਹ ਉਸ ਤੋਂ ਆਪਾਂ ਪਾਰਟਨਰਸ਼ਿਪ ਤੋਂ ਬਾਅਦ ਕਾਰਪੋਰੇਸ਼ਨ 'ਤੇ ਪਹੁੰਚਾਂਗੇ। ਆਪਾਂ ਉਰੇ ਹਾਂ ਪਾਰਟਨਰਸ਼ਿਪ ਦੀ ਗੱਲ ਕਰਾਂਗੇ। ਠੀਕ ਹੈ, ਹੁਣ ਪਾਰਟਨਰਸ਼ਿਪ ਸਮਝਦੇ ਹਾਂ ਆਪਾਂ ਕਿ ਪਾਰਟਨਰਸ਼ਿਪ ਕਿਵੇਂ ਕਹਿ ਸਕਦੇ ਹਾਂ। ਇਹਦਾ ਇੱਕ ਪੂਰਾ ਸਾਈਕਲ ਹੁੰਦਾ। ਠੀਕ ਹੈ, ਪਹਿਲੇ ਤਾਂ ਪਾਰਟਨਰਸ਼ਿਪ ਤੁਹਾਨੂੰ ਮੈਂ ਦੱਸ ਚੁੱਕਾ, ਉਹਦੀ ਡੈਫੀਨੇਸ਼ਨ ਵਾਂਗ ਤੁਹਾਨੂੰ ਇੱਕ ਵਾਰੀ ਐਗਜ਼ਾਮਪਲ ਨਾਲ ਸਮਝਾ ਚੁੱਕਾ। ਠੀਕ ਹੈ, ਇਹਨਾਂ ਦੇ ਆਪਣੇ ਖਾਤੇ ਖੁੱਲ੍ਹਦੇ ਹੈ। ਠੀਕ ਹੈ, ਆਪਣੇ ਆਪਣੇ ਖਾਤੇ ਖੋਲ੍ਹਣਗੇ। ਬਿਜ਼ਨਸ ਦੇ ਖਾਤੇ ਵਿੱਚ ਜੋ ਕੈਪੀਟਲ ਲੈ ਕੇ ਆ ਰਹੇ ਹੈ। ਠੀਕ ਹੈ, ਹੁਣ ਜਿਵੇਂ ਪਾਰਟਨਰਸ਼ਿਪ ਤਾਂ ਹੋ ਗਈ, ਓਨਰ ਤਾਂ ਦੋਨੋਂ ਹੀ ਹੈ। ਇਹ ਤਾਂ ਹੈ ਨਹੀਂ ਕੋਈ ਇੱਕ ਓਨਰ ਹੈ ਜਾਂ ਦੋ ਓਨਰ, ਮਤਲਬ ਕਿ ਇੱਕੋ ਹੀ ਓਨਰ ਹੋਏਗਾ, ਦੂਜਾ ਅਸਿਸਟੈਂਟ ਹੋਏਗਾ ਜਾਂ ਦੂਜਾ ਓਨਰ ਨਹੀਂ ਹੋ ਸਕਦਾ। ਉਹ ਵੀ ਓਨਰ ਹੈ। ਠੀਕ ਹੈ, ਉਹ ਵੀ ਓਨਰ ਹੈ। ਜੇ ਉਹ ਵੀ ਓਨਰ ਹੈ ਤਾਂ ਇਹ ਤਾਂ ਹੈ ਹੀ ਹੈ ਕਿ ਖਾਤੇ ਵੀ ਖੁੱਲ੍ਹਣਗੇ। ਠੀਕ ਹੈ, ਕੌਣ ਕਿੰਨੀ ਕੈਪੀਟਲ ਲੈ ਕੇ ਆ ਰਿਹਾ, ਕੌਣ ਕਿੰਨਾ ਪੈਸਾ ਲੈ ਕੇ ਆ ਰਿਹਾ, ਕੌਣ ਕਿੰਨੇ ਪੈਸੇ ਤੋਂ ਇਲਾਵਾ ਕੀ ਕੁਛ ਲੈ ਕੇ ਆ ਰਿਹਾ, ਇਸ ਬਾਰੇ ਰਿਕਾਰਡ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ ਨਾ ਇਸ ਬਾਰੇ ਰਿਕਾਰਡ। ਜੇ ਇਸ ਬਾਰੇ ਰਿਕਾਰਡ ਹੋਣਾ ਚਾਹੀਦਾ, ਕਿਉਂ ਨਾ ਇਸ ਨੂੰ ਪੂਰਾ ਰਿਕਾਰਡ ਕੀਤਾ ਜਾ ਸਕੇ, ਬਈ ਖਾਤੇ ਲਿਖੇ ਜਾ ਸਕਣ, ਤਾਂ ਉਸ ਲਈ ਉਹ ਖਾਤੇ ਓਪਨ ਹੁੰਦੇ ਹੈ। ਠੀਕ ਹੈ, ਇਸ ਦੇ ਉੱਪਰ ਖਾਤੇ ਓਪਨ ਹੁੰਦੇ ਆ, ਅਤੇ ਇਸ ਵਿੱਚ ਹੀ ਫਿਰ ਖਾਤੇ ਪੂਰੇ ਸਾਲ ਵਿੱਚ ਬੰਦ ਵੀ ਹੁੰਦੇ ਹੈ। ਠੀਕ ਹੈ, ਕਿ ਇੱਕ ਸਾਲ ਵਿੱਚ ਕਿੰਨਾ ਕਮਾਇਆ, ਕਿਸ ਕੋਲ ਕਿੰਨਾ ਸ਼ੇਅਰ ਜਾਏਗਾ ਪ੍ਰੋਫਿਟ ਦਾ। ਠੀਕ ਹੈ, ਕੌਣ ਕਿੰਨੀ ਕੈਪੀਟਲ ਲੈ ਕੇ ਆਇਆ ਸੀ, ਵਿੱਚ ਮਹੀਨੇ 'ਚ ਕਿੰਨੀ ਕੈਪੀਟਲ ਹੋਰ ਆਈ ਹੈ, ਉਹਦੀ ਸਾਰੀ ਕਲੋਜ਼ਿੰਗ ਐਂਟਰੀਜ਼ ਪੈਣੀ ਹੈ। ਫਿਰ ਡਿਵੀਜ਼ਨ ਹੋਏਗੀ ਨੈਟ ਇਨਕਮ, ਜੋ ਇਨਕਮ ਹੋਈ ਹੈ ਉਹਦੀ ਡਿਵੀਜ਼ਨ ਹੋਏਗੀ ਦੋ ਬੰਦੇ ਜਾਂ ਦੋ ਬੰਦਿਆਂ ਤੋਂ ਵੱਧ ਵਿੱਚ। ਠੀਕ ਹੈ, ਇਸਦੇ ਬਰਕਰਾਰ ਕੋਈ ਨਵਾਂ ਪਾਰਟਨਰ ਆ ਜਾਂਦਾ, ਉਸ ਨਾਲ ਕਿਵੇਂ ਲੈਣ ਦੇਣ ਕਰਨੀ ਹੈ, ਉਸ ਦੇ ਨਾਲ ਸਾਡੇ ਅਕਾਊਂਟਿੰਗ ਦੇ ਇਕੁਏਸ਼ਨ ਕਿਸ ਤਰ੍ਹਾਂ ਬੈਠਣਗੇ, ਉਸ ਬਾਰੇ ਗੱਲ ਕਰਨੀ। ਠੀਕ ਹੈ, ਸਪੋਜ਼ ਕੋਈ ਰਿਟਾਇਰਮੈਂਟ ਲੈ ਰਿਹਾ, ਕੋਈ ਉਸਨੂੰ ਕਿਊਟ ਕਰਨਾ ਚਾਹੁੰਦਾ। ਠੀਕ ਹੈ, ਜਾਣਾ ਚਾਹੁੰਦਾ ਔਰ ਉਹਦੀ
ਪਾਰਟਨਰਸ਼ਿਪ ਛੱਡ ਕੇ ਜੇ ਸਪੋਜ਼ ਕੋਈ 4-5 ਬੰਦਿਆਂ ਦਾ ਇੱਕ ਬੰਦਾ ਜਾਣਾ ਚਾਹੁੰਦਾ ਤਾਂ ਜਦੋਂ ਚਲਾ ਜਾਂਦਾ ਉਸ ਤੋਂ ਬਾਅਦ ਸਾਡੇ ਪ੍ਰੋਫਿਟ ਕਿਸ ਤਰ੍ਹਾਂ ਵੰਡੇ ਜਾਣਗੇ, ਸਾਡੀ ਕੈਪਟਨ ਨੂੰ ਕਿਸ ਤਰ੍ਹਾਂ ਆਪਾਂ ਟਰੀਟਮੈਂਟ ਕਰਾਂਗੇ। ਠੀਕ ਹੈ। ਜੇ ਕੋਈ ਬਾਈ ਚਾਂਸ ਅਨਐਕਸਪੈਕਟਡਲੀ ਡੈਥ ਹੋ ਜਾਂਦੀ ਕਿਸੇ ਦੀ, ਫਿਰ ਆਪਾਂ ਕਿਸ ਤਰ੍ਹਾਂ ਦੀ ਟਰੀਟਮੈਂਟ ਕਰਾਂਗੇ। ਠੀਕ ਹੈ ਫਰੈਂਡਸ, ਜੇ ਵਾਈਂਡ ਅਪ ਕਰਨਾ ਪੈ ਜੇ ਉਸ ਵਕਤ ਆਪਾਂ ਕਿਸ ਤਰ੍ਹਾਂ ਕਰਾਂਗੇ। ਹੁਣ ਸਾਨੂੰ ਆਪਣਾ ਸਪੋਜ਼ ਕਰੋ ਕਿ ਦੁਕਾਨ ਦਾ ਕੰਮ ਵੱਡਾ ਬਿਜ਼ਨਸ ਪਾਰਟਨਰਸ਼ਿਪ ਕਰਕੇ ਵੀ ਨਹੀਂ ਚੱਲ ਰਿਹਾ, ਹੁਣ ਵਾਈਂਡ ਅਪ ਕਰਨਾ, ਉਸ ਵਕਤ ਲੈਣ ਦੇਣ ਕਿਵੇਂ ਹੋਏਗੀ, ਕੌਣ ਕਿੰਨਾ ਪੈਸਾ ਲੈ ਕੇ ਆਇਆ ਸੀ, ਠੀਕ, ਉਸ ਹਿਸਾਬ 'ਚ ਉਹਨੂੰ ਕਿੰਨਾ ਪੈਸਾ ਵਾਪਸ ਦੇਣਾ। ਠੀਕ ਹੈ, ਕਿੰਨੇ ਐਸਟ ਕਿਸ ਦੇ ਵਾਪਸ ਦੇਣੇ ਹੈ, ਉਹਨਾਂ ਸਾਰਾ ਚੀਜ਼ਾਂ ਬਾਰੇ ਆਪਾਂ ਅਕਾਊਂਟਿੰਗ ਵਿੱਚ ਰਿਕਾਰਡ ਕਰਦੇ ਹਾਂ। ਠੀਕ ਹੈ, ਵੈਸੇ ਪਾਰਟਨਰਸ਼ਿਪ ਦਾ ਨੋਰਮਲ ਮਤਲਬ ਨਾ ਤਾਂ ਆਪਾਂ ਸਮਝ ਸਕਦੇ ਹਾਂ ਥਿਓਰਟੀਕਲੀ, ਪ੍ਰੈਕਟੀਕਲ ਵਿੱਚ ਉਸ ਨੂੰ ਅਕਾਊਂਟਿੰਗ 'ਚ ਕਿਵੇਂ ਲੈ ਕੇ ਆਉਣਾ, ਉਹਦੀ ਪ੍ਰੈਕਟੀਕਲ ਬਈ ਖਾਤੇ ਕਿਸ ਤਰ੍ਹਾਂ ਤਿਆਰ ਹੋਣਗੇ। ਠੀਕ ਹੈ, ਉਹ ਆਪਾਂ ਪਾਰਟਨਰਸ਼ਿਪ ਜਿਹੜੀ ਹੈ ਨਾ ਉਹ ਅਕਾਊਂਟਿੰਗ 'ਚ ਜਾ ਕੇ ਸਮਝਦੇ ਹਾਂ। ਠੀਕ ਹੈ, ਅਕਾਊਂਟਿੰਗ ਜਿਹੜਾ ਸਬਜੈਕਟ ਹੈ ਕਮਰਸ ਵਿੱਚ ਉਸ ਵਿੱਚ ਜਾ ਕੇ ਸਾਨੂੰ ਪਤਾ ਲੱਗਦਾ। ਠੀਕ ਹੈ ਫਰੈਂਡਸ, ਆਪਾਂ ਇੱਕ ਵਾਰੀ ਡੈਫੀਨੇਸ਼ਨ ਪੜ੍ਹ ਲਈਏ। ਦ ਰਿਲੇਸ਼ਨਸ਼ਿਪ ਬਿਟਵੀਨ ਪਰਸਨਸ ਹੂ ਹੈਵ ਐਗਰੀਡ ਹੋਏ ਨੇ ਟੂ ਸ਼ੇਅਰ ਦੀ ਪ੍ਰੋਫਿਟ ਸ਼ੇਅਰ ਕਰਨਗੇ, ਜੇ ਲੋਸ ਹੋਇਆ ਤਾਂ ਲੋਸ ਸ਼ੇਅਰ ਕਰਨਗੇ, ਆਫ ਦਾ ਬਿਜ਼ਨਸ ਕੈਰੀਡ ਔਨ ਬਾਏ ਆਲ ਔਰ ਐਨੀ ਆਫ ਦੈਮ ਐਕਟਿੰਗ ਬਾਏ ਫॉर ਆਲ। ਠੀਕ ਹੈ, ਦੋ ਜਾਂ ਦੋ ਤੋਂ ਵੱਧ ਪਰਸਨ, ਠੀਕ ਹੈ, ਐਗਰੀਡ ਹੋਏ ਨੇ ਕਿ ਆਪਾਂ ਆਪਸ ਵਿੱਚ ਪ੍ਰੋਫਿਟ ਜਾਂ ਲੋਸ ਸ਼ੇਅਰ ਕਰਾਂਗੇ। ਠੀਕ ਹੈ ਫਰੈਂਡਸ, ਉਸ ਨੂੰ ਆਪਾਂ ਪਾਰਟਨਰਸ਼ਿਪ ਕਹਾਂਗੇ। ਠੀਕ ਹੈ, ਇਨ ਬੈਂਕਿੰਗ ਬਿਜ਼ਨਸ, ਜੇ ਆਪਾਂ ਬੈਂਕਿੰਗ ਬਿਜ਼ਨਸ 'ਚ ਗੱਲ ਕਰੀਏ ਤਾਂ ਜੇ ਇਨ ਬੈਂਕਿੰਗ ਬਿਜ਼ਨਸ ਔਰ ਪਾਰਟਨਰਸ਼ਿਪ ਦਾ ਮਿਨੀਮਮ ਨੰਬਰ ਆਫ ਦੀ ਪਾਰਟਨਰਸ ਕਿੰਨੇ ਹੋ ਸਕਦੇ ਆ, 2 ਹੋ ਸਕਦੇ ਆ, ਅਤੇ ਮੈਕਸਿਮਮ ਨੰਬਰ ਆਫ ਦੀ ਪਾਰਟਨਰ ਕਿੰਨੇ ਹੋ ਸਕਦੇ ਆ, 10 ਹੋ ਸਕਦੇ ਆ। ਠੀਕ ਹੈ, ਮਿਨੀਮਮ ਨੰਬਰ ਪਾਰਟਨਰ ਕਿੰਨੇ ਹੋ ਸਕਦੇ ਆ, 2 ਹੋ ਸਕਦੇ ਆ, ਅਤੇ ਮੈਕਸਿਮਮ ਨੰਬਰ ਆਫ ਪਾਰਟਨਰ ਕਿੰਨੇ ਹੋ ਸਕਦੇ ਆ। ਠੀਕ ਹੈ ਫਰੈਂਡਸ, 2 ਘੱਟੋ ਘੱਟ ਪਾਰਟਨਰ ਹੋ ਸਕਦੇ ਆ, ਵੱਧ ਮੈਕਸਿਮਮ ਨੰਬਰ ਜਿਹੜੇ ਬਿਜ਼ਨਸ ਵਿੱਚ ਬੈਂਕਿੰਗ ਬਿਜ਼ਨਸ ਵਿੱਚੋਂ ਜੇ ਕੋਈ ਪਾਰਟਨਰਸ਼ਿਪ ਕਰਕੇ ਚੱਲ ਰਿਹਾ ਹੋ, ਠੀਕ ਹੈ, ਤਾਂ ਉਸ ਵਿੱਚ ਵੱਧ ਤੋਂ ਵੱਧ ਪਾਰਟਨਰਸ 10 ਹੋ ਸਕਦੇ ਆ। ਕੋਈ ਹੋਰ ਕੋਈ ਬਿਜ਼ਨਸ ਹੈ ਬੈਂਕਿੰਗ ਬਿਜ਼ਨਸ ਤੋਂ ਇਲਾਵਾ ਕੋਈ ਹੋਰ ਕੋਈ ਬਿਜ਼ਨਸ ਹੈ, ਉਸ ਵਿੱਚ ਮਿਨੀਮਮ ਨੰਬਰ 2 ਹੋ ਸਕਦੇ ਆ, ਵੱਧ ਤੋਂ ਵੱਧ 20 ਹੋ ਸਕਦੇ ਆ। ਠੀਕ ਹੈ ਫਰੈਂਡਸ, ਵੈਸੇ ਕੋਈ ਨੋਰਮਲ ਪਾਰਟਨਰਸ਼ਿਪ 'ਚ ਕੋਈ ਰਿਟਨ ਐਗਰੀਮੈਂਟ ਦੀ ਲੋੜ ਨਹੀਂ ਹੁੰਦੀ, ਮਗਰ ਐਗਰੀਮੈਂਟ ਡਾਕੂਮੈਂਟ ਹੋਣਾ ਜ਼ਰੂਰੀ ਹੈ। ਠੀਕ ਹੈ ਫਰੈਂਡਸ, ਨੋਰਮਲ ਡਾਕੂਮੈਂਟ ਹੋਣਾ ਜ਼ਰੂਰੀ ਹੈ, ਮਗਰ ਜੇ ਪਾਰਟਨਰਸ਼ਿਪ ਅਤੇ ਪਾਰਟਨਰਸ਼ਿਪ ਡੀਡ 'ਚ ਫ਼ਰਕ ਆ ਜਾਂਦਾ। ਠੀਕ ਹੈ, ਜੇ ਨੋਰਮਲ ਪਾਰਟਨਰਸ਼ਿਪ ਹੈ, ਐਗਰੀਮੈਂਟ ਰਿਟਨ ਐਗਰੀਮੈਂਟ 'ਚ ਨਹੀਂ ਹੈ, ਫਿਰ ਤਾਂ ਕੋਈ ਚੱਕਰ ਨਹੀਂ ਹੁੰਦਾ। ਬਟ ਜੇ ਡੀਡ ਹੈ, ਪਾਰਟਨਰਸ਼ਿਪ ਡੀਡ, ਅਕਾਊਂਟਿੰਗ ਲੈਂਗੁਏਜ ਪਾਰਟਨਰਸ਼ਿਪ ਡੀਡ ਦਾ ਕੀ ਮਤਲਬ ਹੋ ਜਾਂਦਾ ਕਿ ਐਨ ਐਗਰੀਮੈਂਟ ਅਮੰਗ ਦੀ ਪਾਰਟਨਰਸ ਵਿਚ ਸਰਟਨ ਟਰਮਸ ਵਿਚ ਦੇ ਐਗਰੀ ਟੂ ਫੋਰਮ ਅ ਪਾਰਟਨਰਸ਼ਿਪ ਇਸ ਕੈਪੀਟਲ ਇਸ ਕਾਲਡ ਆ ਪਾਰਟਨਰਸ਼ਿਪ ਡੇ। ਇਸ ਪਾਰਟਨਰਸ਼ਿਪ ਨੋਰਮਲ ਪਾਰਟਨਰਸ਼ਿਪ ਹੋਗੀ, ਠੀਕ ਹੈ, ਉਹ ਕੋਈ ਚੱਕਰ ਨਹੀਂ ਹੈ, ਮਗਰ ਇਸ ਵਿੱਚ ਕੁਝ ਸਪੈਸੀਫਿਕ ਟਰਮਸ ਰੱਖੇ ਜਾਂਦੇ ਨੇ। ਠੀਕ ਹੈ, ਕੁਛ ਤਾਂ ਮਿਊਚੁਅਲ ਅੰਡਰਸਟੈਂਡਿੰਗ ਉੱਪਰ ਹੀ ਗੱਲ ਹੋ ਜਾਂਦੀ ਹੈ। ਠੀਕ ਹੈ, ਕੁਛ ਤਾਂ ਮਿਊਚੁਅਲ ਅੰਡਰਸਟੈਂਡਿੰਗ ਉੱਪਰ ਗੱਲ ਹੋ ਜਾਂਦੀ ਹੈ, ਕੁਛ ਐਸੀ ਚੀਜ਼ਾਂ ਹੁੰਦੀਆਂ ਕਿ ਜੋ ਟਰਸਟ ਦੇ ਉੱਪਰ ਨਹੀਂ ਬੈਠ ਸਕਦੀਆਂ, ਚੀਜ਼ਾਂ ਜੋ ਟਰਸਟ ਦੇ ਉੱਪਰ ਨਹੀਂ ਬੈਠ ਸਕਦੀਆਂ। ਠੀਕ ਹੈ ਫਰੈਂਡਸ, ਜੋ ਟਰਸਟ ਦੇ ਉੱਪਰ ਨਹੀਂ ਬੈਠ ਸਕਦੀਆਂ, ਉਸ ਨੂੰ ਰਿਟਨ ਵਿੱਚ ਦੇਣਾ ਬਹੁਤ ਜ਼ਰੂਰੀ ਹੈ। ਕੁਛ ਜਿਵੇਂ ਪ੍ਰੋਫਿਟਸ ਹੋ ਗਏ, ਕੈਪੀਟਲ ਕਿੰਨੀ ਲੈ ਕੇ ਆਓਗੇ, ਠੀਕ ਹੈ, ਲਾਇਬਿਲਿਟੀ ਕਿਸ ਤਰ੍ਹਾਂ ਪੇ ਕਰਨੀ ਹੈ, ਠੀਕ ਹੈ, ਜੇ ਤੁਸੀਂ ਪਰਸਨਲੀ ਖਰਚਾ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਕਰੋਗੇ। ਠੀਕ ਹੈ, ਇਹ ਕੁਝ ਦਿੱਤਾ ਵੀ ਹੋਇਆ, ਜਿਵੇਂ ਤੁਹਾਨੂੰ ਮੈਂ ਉਹਦੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਮਾਊਂਟ ਆਫ ਕੈਪੀਟਲ ਕਿੰਨੀ ਇਨਵੈਸਟ ਕਰੋਗੇ, ਕਿੰਨੇ ਪ੍ਰੋਫਿਟ ਐਂਡ ਲੋਸ ਆਪਾਂ ਸ਼ੇਅਰ ਕਰਾਂਗੇ, ਕਿੰਨੀ ਡਰਾਇੰਗਸ ਅਲਾਊਡ ਹੈ, ਡਰਾਇੰਗਸ ਮਤਲਬ ਪਰਸਨਲ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਸਕੋਗੇ, ਤੁਹਾਨੂੰ ਕੈਪੀਟਲ ਦੇ ਉੱਪਰ ਇੰਟਰਸਟ ਕਿੰਨਾ ਮਿਲੇਗਾ, ਤੁਹਾਨੂੰ ਇੰਟਰਸਟ ਔਨ ਡਰਾਇੰਗਸ ਕਿੰਨਾ ਦੇਣਾ ਹੈ, ਸੈਲਰੀ ਕਿਵੇਂ ਤੁਹਾਨੂੰ ਮਿਲੇਗੀ। ਠੀਕ ਹੈ, ਇਹਨਾਂ ਸਾਰਿਆਂ ਉੱਪਰ ਕੁਛ ਐਗਰੀਮੈਂਟਸ ਹੁੰਦੇ ਨੇ ਜੋ, ਠੀਕ ਹੈ, ਜੋ ਇਹ ਕੁਝ ਐਗਰੀਮੈਂਟਸ ਹੁੰਦੇ ਨੇ ਜੋ ਸ਼ੇਅਰ ਕੀਤੇ ਜਾਂਦੇ ਨੇ, ਮਤਲਬ ਕਿ ਇੰਟਰਸਟ ਔਨ ਕੈਪੀਟਲ, ਸੈਲਰੀ ਐਗਰੀਮੈਂਟਸ। ਠੀਕ ਹੈ, ਸੋ ਟਾਈਪਸ ਆਫ ਪਾਰਟਨਰਸ ਐਂਡ ਟਾਈਪਸ ਆਫ ਪਾਰਟਨਰਸ਼ਿਪ ਐਂਡ ਟਾਈਪਸ ਆਫ ਪਾਰਟਨਰਸ। ਠੀਕ ਹੈ, ਜੇ ਲਿਮਟਿਡ ਹੋ ਸਕਦੀ ਹੈ ਪਾਰਟਨਰਸ਼ਿਪ ਅਤੇ ਜਨਰਲ ਪਾਰਟਨਰਸ਼ਿਪ ਹੋ ਸਕਦੀ ਹੈ। ਜਨਰਲ ਪਾਰਟਨਰ ਵਿੱਚ ਐਟਲੀਸਟ 1 ਹੋਏਗਾ। ਠੀਕ ਹੈ, ਜਨਰਲ ਪਾਰਟਨਰ ਜੇ ਲਿਮਟਿਡ ਪਾਰਟਨਰਸ਼ਿਪ ਹੈ ਉਸ ਵਿੱਚ ਜਿਹੜਾ ਜਨਰਲ ਪਾਰਟਨਰ ਹੋਏਗਾ ਉਹ ਘੱਟੋ ਘੱਟ 1 ਹੋ ਸਕਦਾ ਹੈ, ਅਤੇ ਲਿਮਟਿਡ ਪਾਰਟਨਰ ਵੀ 1 ਹੋ ਸਕਦਾ ਹੈ। ਠੀਕ ਹੈ, ਅਤੇ ਜਨਰਲ ਪਾਰਟਨਰਸ਼ਿਪ ਵਿੱਚ ਇਹ ਤਾਂ ਹੋ ਗਈ ਲਿਮਟਿਡ ਪਾਰਟਨਰਸ਼ਿਪ ਵਿੱਚ। ਜਨਰਲ ਪਾਰਟਨਰਸ਼ਿਪ ਵਿੱਚ ਜਨਰਲ ਪਾਰਟਨਰਸ ਉਹ ਸਾਰੇ ਹੀ ਜਿਹੜੇ ਹੋਣਗੇ ਪਾਰਟਨਰਸ ਹੋਣਗੇ ਉਹ ਆਲ ਸਾਰੇ ਜਨਰਲ ਹੋਣਗੇ। ਠੀਕ ਹੈ, ਬਟ ਜੇ ਆਪਾਂ ਲਿਮਟਿਡ ਪਾਰਟਨਰਸ਼ਿਪ ਦੀ ਗੱਲ ਕਰੀਏ ਉਸ ਵਿੱਚ ਜਨਰਲ ਪਾਰਟਨਰ ਘੱਟੋ ਘੱਟ 1 ਹੋ ਸਕਦਾ ਹੈ, ਅਤੇ ਲਿਮਟਿਡ ਪਾਰਟਨਰ ਵੀ 1 ਜਾਂ 1 ਤੋਂ ਵੱਧ ਹੋ ਸਕਦੇ ਹੈ। ਠੀਕ ਹੈ, ਕਾਈਂਡਸ ਆਫ ਪਾਰਟਨਰ 'ਚ ਆਪਾਂ ਗੱਲ ਕਰ ਲੈਂਦੇ ਹਾਂ। ਕਾਈਂਡਸ ਆਫ ਪਾਰਟਨਰਸ 'ਚ ਕਿਸ ਤਰ੍ਹਾਂ ਦੇ ਪਾਰਟਨਰ, ਕੋਈ ਸੀਨੀਅਰ ਪਾਰਟਨਰ ਹੋ ਸਕਦਾ, ਕੋਈ ਜੂਨੀਅਰ ਹੋ ਸਕਦਾ। ਸਲੀਪਿੰਗ ਮਤਲਬ ਕਿ ਜੋ ਪਾਰਟਨਰਸ਼ਿਪ ਦੀ ਐਕਟੀਵਿਟੀਜ਼ ਵਿੱਚ ਉਸ ਬਿਜ਼ਨਸ ਦੀ ਐਕਟੀਵਿਟੀਜ਼ 'ਚ ਪੂਰਾ ਪਾਰਟ ਨਹੀਂ ਲੈ ਰਿਹਾ, ਉਸ ਨੂੰ ਕਹਾਂਗੇ ਸਲੀਪਿੰਗ ਪਾਰਟਨਰ। ਐਕਟਿਵ ਪਾਰਟਨਰ ਉਸ ਤੋਂ ਉਲਟ ਹੋ ਜਾਏਗਾ ਕਿ ਜੋ ਉਸਦੀ ਐਕਟੀਵਿਟੀਜ਼ ਵਿੱਚ ਬਿਜ਼ਨਸ ਦੀਆਂ ਉਸ ਵਿੱਚ ਉਹ ਪਾਰਟ ਲੈ ਰਿਹਾ,
ਮਾਈਨਰ ਪਾਰਟ ਕੌਣ ਹੋਏਗਾ? ਜੋ 18 ਸਾਲ ਤੋਂ ਘੱਟ ਹੈ ਮਗਰ ਉਹ ਤਾਂ ਵੀ ਪਾਰਟਨਰ ਹੈ। ਇਹ ਵੀ ਇੱਕ ਕੰਡੀਸ਼ਨ ਹੁੰਦੀ ਹੀ ਹੈ, ਠੀਕ ਹੈ, ਉਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ। ਨੋਮੀਨਲ ਪਾਰਟਨਰ ਹੋ ਸਕਦਾ, ਕੁਆਜ਼ੀ ਪਾਰਟਨਰ ਹੋ ਸਕਦਾ, ਹੋਲਡਿੰਗ ਆਊਟ ਔਰ ਪਾਰਟਨਰ ਹੋ ਸਕਦਾ ਹੈ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਕੈਪੀਟਲ ਹੁੰਦੀ ਹੈ ਦੋ ਤਰ੍ਹਾਂ ਨਾਲ ਹੋ ਸਕਦੀ ਹੈ, ਜਾਂ ਤਾਂ ਫਿਕਸਡ ਹੋ ਸਕਦੀ ਹੈ ਕੈਪੀਟਲ, ਜਾਂ ਫਲਕਚੁਏਟਿੰਗ ਕੈਪੀਟਲ ਹੋ ਸਕਦੀ ਹੈ, ਠੀਕ ਹੈ। ਜੇ ਪਾਰਟਨਰਸ ਨੋਟ ਅਲਾਊਡ, ਜੇ ਪਾਰਟਨਰਸ ਆਪਸ ਵਿੱਚ ਨਹੀਂ ਅਲਾਊਡ ਕਰ ਰਹੇ ਕਿ ਆਪਾਂ ਟੂ ਚੇਂਜ ਦੇਅਰ ਕੈਪੀਟਲਸ ਡਿਊਰਿੰਗ ਦਾ ਬਿਜ਼ਨਸ ਲਾਈਫ ਐਕਸਪੈਕਟ ਇਨ ਐਕਸਟਰਾ ਆਰਡੀਨਰੀ ਕੇਸਿਸ, ਮਤਲਬ ਕਿ ਉਹ ਕਹਿਣਾ ਚਾਹ ਰਹੇ ਨੇ ਕਿ ਜਿਹੜੇ ਪਾਰਟਨਰਸ ਦੋ ਪਾਰਟਨਰ, ਦੋ ਤੋਂ ਵੱਧ ਪਾਰਟਨਰ ਆ ਕੇ ਜੁੜ ਰਹੇ ਨੇ ਤਾਂ ਉਹ ਆਪਸ ਵਿੱਚ ਕੀ ਨਾਮ ਹੈ ਮਤਲਬ ਜਿਹੜੀ ਉਹ ਪੈਸਾ ਲਿਆ ਰਹੇ ਨੇ ਉਹ ਫਿਕਸਡ ਹੀ ਲਿਆਉਣਗੇ। ਸਪੋਜ਼ ਕਰੋ ਜੇ 1 ਸਾਲ 'ਚ ਕੋਈ 1 ਲੱਖ ਰੁਪਏ ਲਿਆਉਣਾ ਚਾਹ ਰਿਹਾ ਤਾਂ ਉਹ 1 ਲੱਖ ਹੀ ਲਿਆਏਗਾ, ਠੀਕ ਹੈ। ਆਪਾਂ ਨੇ ਕੋਈ ਚੇਂਜ ਨਹੀਂ ਕਰਨਾ ਐਕਸੈਪਟ ਜੇ ਕੋਈ ਐਕਸਟਰਾ ਆਰਡਨਰੀ ਜਾਂ ਕੋਈ ਐਸੇ ਸਰਕਮਸਟੈਂਸਿਸ ਹੋ ਜਾਣ ਜਿਸ ਵਿੱਚ ਐਮਰਜੈਂਸੀ ਪੈ ਜਾਏ ਕਿ ਲਿਆਉਣਾ ਹੀ ਪੈ ਜਾਏ, ਠੀਕ ਹੈ। ਉਸ ਤੋਂ ਜੇ ਐਸੇ ਸਰਕਮਸਟੈਂਸਿਸ ਨਹੀਂ ਹੈ ਤਾਂ ਮੈਂ ਫਿਕਸਡ ਹੀ ਲਿਆਵਾਂਗਾ, ਉਸ ਨੂੰ ਕਹਾਂਗਾ ਮੈਂ ਫਿਕਸਡ ਕੈਪੀਟਲ, ਠੀਕ ਹੈ। ਫਲਕਚੁਏਟਿੰਗ ਕੈਪੀਟਲ ਮਤਲਬ ਇਫ ਅ ਪਾਰਟਨਰ ਆਰ ਅਲਾਊਡ ਟੂ ਚੇਂਜ ਦੇਅਰ ਕੈਪੀਟਲ ਡਿਊਰਿੰਗ ਦਾ ਬਿਜ਼ਨਸ ਲਾਈਫ ਵਿਦ ਈਚ ਟ੍ਰਾਂਜੈਕਸ਼ਨ, ਠੀਕ ਹੈ। ਮਤਲਬ ਕਿ ਬਿਜ਼ਨਸ ਦੀ ਐਕਟੀਵਿਟੀ ਦੇ ਹਿਸਾਬ ਸਿਰ ਕੈਪੀਟਲ ਚੇਂਜ ਹੁੰਦੀ ਜਾਵੇ, ਠੀਕ ਹੈ। ਕਿਸ ਵਕਤ ਕਿੰਨੇ ਪੈਸੇ ਦੀ ਲੋੜ ਹੈ ਉਸਦਾ ਟਾਰਗੇਟ ਲਾ ਲਿੱਤਾ ਜਾਵੇ ਅਤੇ ਦੋ ਜਾਂ ਦੋ ਤੋਂ ਵੱਧ ਜਿਹੜੇ ਪਾਰਟਨਰ ਹੈ ਆਪਸ ਵਿੱਚ ਉਹ ਆਪਣੇ ਐਗਰੀ ਦੇ ਹਿਸਾਬ ਸਿਰ ਪੈਸਾ ਲਿਆਉਂਦੇ ਜਾਣ, ਠੀਕ ਹੈ। ਉਸ ਨੂੰ ਕਹਾਂਗੇ ਆਪਾਂ ਫਲਕਚੁਏਟਿੰਗ ਕੈਪੀਟਲ, ਠੀਕ ਹੈ। ਇਹਦੇ ਕਰੈਕਟਰਿਸਟਿਕ ਕਿਵੇਂ ਦੇ ਹੋ ਸਕਦੇ ਆ ਆਪਣੇ, ਠੀਕ ਹੈ। ਪ੍ਰਿੰਸੀਪਲ ਕਰੈਕਟਰਿਸਟਿਕਸ ਆਫ ਦ ਪਾਰਟਨਰਸ਼ਿਪ, ਐਸੋਸੀਏਸ਼ਨ ਆਫ ਇੰਡੀਵਿਜੂਅਲ ਦਾ ਐਸੋਸੀਏਸ਼ਨ ਬਣਦਾ, ਠੀਕ ਹੈ। ਮਿਊਚੁਅਲ ਏਜੰਸੀ ਹੁੰਦੀ ਹੈ, ਲਿਮਟਿਡ ਲਾਈਫ ਹੁੰਦੀ ਹੈ, ਅਤੇ ਲਾਇਬਿਲਿਟੀ ਜਿਹੜੀ ਹੁੰਦੀ ਹੈ ਹਮੇਸ਼ਾ ਯਾਦ ਰੱਖਣਾ ਇਹਦੀ ਅਨਲਿਮਟਿਡ ਹੁੰਦੀ ਹੈ, ਠੀਕ ਹੈ। ਇਹਦੀ ਠੀਕ ਹੈ ਇਹਨਾਂ ਦੀ ਜਿਹੜੀ ਲਾਈਫ ਹੁੰਦੀ ਹੈ ਉਹ ਅਨਲਿਮਟਿਡ ਹੁੰਦੀ ਹੈ, ਠੀਕ ਹੈ ਫਰੈਂਡਸ। ਅਤੇ ਕੋ ਓਨਰਸ਼ਿਪ ਆਫ ਦੀ ਪ੍ਰੋਪਰਟੀ ਹੁੰਦੀ ਹੈ, ਠੀਕ ਹੈ। ਇੱਕੋ ਓਨਰ ਤਾਂ ਨਹੀਂ ਹੁੰਦਾ, ਹੋਰ ਵੀ ਓਨਰ ਹੁੰਦੇ ਹੈ, ਠੀਕ ਹੈ। ਇਸ ਵਿੱਚ ਕੋ ਓਨਰਸ਼ਿਪ ਆਫ ਦੀ ਪ੍ਰੋਪਰਟੀ ਹੁੰਦੀ ਹੈ, ਠੀਕ ਹੈ। ਪਾਰਟਨਰਸ਼ਿਪ ਪ੍ਰੈਕਟਿਸਿਸ ਤੁਹਾਨੂੰ ਮੈਂ ਦੱਸ ਚੁੱਕਾ, ਠੀਕ ਹੈ। ਉਹ ਚੀਜ਼ ਉਰੇ ਉਹਨਾਂ ਨੇ ਇੱਕ ਡਾਇਗਰਾਮ 'ਚ ਦੱਸੀ ਮੈਂ, ਠੀਕ ਹੈ। ਮਿਊਚੁਅਲ ਏਜੰਸੀ ਹੁੰਦੀ ਹੈ, ਆਪਸ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ। ਐਸੋਸੀਏਸ਼ਨ ਅਲੱਗ ਅਲੱਗ ਬੰਦਿਆਂ ਦਾ ਐਸੋਸੀਏਸ਼ਨ ਬਣਦਾ, ਠੀਕ ਹੈ। ਕੋ ਓਨਰਸ਼ਿਪ ਮਤਲਬ ਕੋਈ ਇੱਕ ਬੰਦੇ ਦੀ ਪ੍ਰੋਪਰਟੀ ਨਹੀਂ ਹੋ ਸਕਦੀ, ਠੀਕ ਹੈ। ਅਨਲਿਮਟਿਡ ਲਾਇਬਿਲਿਟੀ ਹੈ, ਠੀਕ ਹੈ। ਲਿਮਟਿਡ ਲਾਈਫ ਹੈ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਮਿਊਚੁਅਲ ਏਜੰਸੀ ਮਤਲਬ ਕਲੈਕਟਿਵ ਡਿਸੀਜ਼ਨ ਹੋਣਗੇ, ਇੱਕ ਬੰਦੇ ਦਾ ਡਿਸੀਜ਼ਨ ਜੋ ਥੋਪਿਆ ਨਹੀਂ ਜਾਏਗਾ, ਠੀਕ ਹੈ। ਫੋਰਸਫੁਲੀ ਡਿਸੀਜ਼ਨ ਨਹੀਂ ਲਿੱਤੇ ਜਾਣਗੇ, ਮਿਊਚੁਅਲ ਅੰਡਰਸਟੈਂਡਿੰਗ ਉੱਪਰ ਡਿਸੀਜ਼ਨ ਲਿੱਤੇ ਜਾਣਗੇ। ਈਚ ਪਾਰਟਨਰ ਵਰਕਸ ਹੈਜ਼ ਐਨ ਏਜੰਟ ਆਫ ਦੀ ਫਰਮ, ਹਰੇਕ ਪਾਰਟਨਰ ਇੱਕ ਤਰ੍ਹਾਂ ਨਾਲ ਏਜੰਟ ਵਰਗਾ ਕੰਮ ਕਰੇਗਾ, ਠੀਕ ਹੈ। ਕੈਨ ਐਂਟਰ ਇਨ ਕੰਟਰੈਕਟਸ, ਠੀਕ ਹੈ। ਐਂਟਰ 'ਚ ਕੰਟਰੈਕਟ ਮਤਲਬ ਜਿਹੜੇ ਕੰਟਰੈਕਟਸ ਹੋਣੇ ਉਹ 'ਚ ਐਂਟਰ ਹੋਣਾ ਹੀ ਪਏਗਾ, ਠੀਕ ਹੈ। ਰਾਈਟ ਟੂ ਟੇਕ ਪਾਰਟ ਇਨ ਮੈਨੇਜਮੈਂਟ, ਮਤਲਬ ਮੈਨੇਜਮੈਂਟ ਐਕਟੀਵਿਟੀ ਤੁਹਾਨੂੰ ਪਾਰਟ ਲੈਣਾ ਹੀ ਪਏਗਾ, ਠੀਕ ਹੈ। ਆਪਣਾ ਓਪੀਨੀਅਨ ਉਹਨੂੰ ਦੇਣਾ ਹੀ ਪੈਣਾ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਕੋ ਓਨਰਸ਼ਿਪ ਆਫ ਦੀ ਪ੍ਰੋਪਰਟੀਜ਼ ਵਿੱਚ ਆਪਾਂ ਇਵੇਂ ਕਹਿ ਸਕਦੇ ਹਾਂ ਕਿ ਪਾਰਟਨਰਸ਼ਿਪ ਐਸਟ ਜਿਹੜੇ ਹੁੰਦੇ ਆ, ਐਸਟਸ ਇਨਵੈਸਟਡ ਇਨ ਦੇਅਰ ਪਾਰਟਨਰਸ਼ਿਪ ਆਰ ਓਨਡ ਜੁਆਇੰਟਲੀ ਬਾਏ ਦਾ ਓਨਰ। ਜਿਵੇਂ ਦੋ ਜਾਂ ਦੋ ਤੋਂ ਵੱਧ ਓਨਰ ਹੈ ਮਤਲਬ ਪਾਰਟਨਰ ਹੈ, ਇੰਡੀਵਿਜੂਅਲ ਹੈ ਜਿਹੜੇ ਪਾਰਟਨਰ ਬਣੇ ਨੇ, ਆਪਣੇ ਆਪਣੇ ਐਸਟਸ ਲੈ ਕੇ ਆ ਰਹੇ ਨੇ। ਐਸਟ ਵਿੱਚੋਂ ਕੁਛ ਵੀ ਲੈ ਕੇ ਆ ਸਕਦੇ ਆ, ਠੀਕ ਹੈ। ਕੋਈ ਫਰਨੀਚਰ ਲੈ ਕੇ ਆ ਰਿਹਾ ਹੈ, ਕੋਈ ਕੈਸ਼ ਲੈ ਕੇ ਆ ਰਿਹਾ ਹੈ, ਠੀਕ ਹੈ। ਕੋਈ ਹੋਰ ਵੀ ਕੁਝ ਲਿਆ ਸਕਦਾ, ਕੋਈ ਗੱਡੀ ਲਿਆ ਰਿਹਾ ਬਿਜ਼ਨਸ ਵਿੱਚ, ਜਿਵੇਂ ਬਿਜ਼ਨਸ ਗੱਡੀ ਲੋੜ ਹੈ ਤਾਂ ਉਵੇਂ ਲਿਆ ਰਿਹਾ, ਤਾਂ ਉਹਦੇ ਜਿਹੜੀ ਉਹਦੇ ਉੱਪਰ ਮਤਲਬ ਕਿ ਹੱਕਦਾਰ ਉਹ ਸਾਰੇ ਪਾਰਟਨਰ ਹੋਣਗੇ, ਇੱਕ ਬੰਦਾ ਪਾਰਟਨਰ ਨਹੀਂ ਹੋਏਗਾ, ਠੀਕ ਹੈ। ਇਫ ਆ ਪਾਰਟਨਰ ਇਨਵੈਸਟ ਇਨ ਅ ਬਿਲਡਿੰਗ ਔਰ ਐਨੀ ਅਦਰ ਪ੍ਰੋਪਰਟੀ ਤਾਂ ਹੀ ਔਰ ਸ਼ੀ ਡਜ਼ ਰਿਟੇਨ ਐਨੀ ਪਰਸਨਲ ਰਾਈਟ ਟੂ ਐਸਟਸ ਕੰਟਰੀਬਿਊਟ ਦੇ ਪ੍ਰੋਪਰਟੀ ਬਿਕਮਸ ਜੁਆਇੰਟਲੀ ਓਨਡ ਬਾਏ ਦੀ ਆਲ ਦੀ ਪਾਰਟਨਰਸ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਲਿਮਟਿਡ ਲਾਈਫ ਹੋਏਗੀ, ਠੀਕ ਹੈ। ਲਿਮਟਿਡ ਲਾਈਫ ਦਾ ਮਤਲਬ ਐਡਮਿਸ਼ਨ ਆਫ ਦੀ ਪਾਰਟਨਰ, ਵਿਡਰਾਲ ਆਫ ਦੀ ਓਲਡ ਪਾਰਟਨਰ, ਬੈਂਕਰਪਟ ਕੇਸ ਹੋ ਜਾਵੇ, ਐਕਸਪਾਇਰੇਸ਼ਨ ਆਫ ਦੀ ਪੀਰੀਅਡ ਆਫ ਟਾਈਮ ਹੋ ਜਾਵੇ, ਠੀਕ ਹੈ। ਇੱਕ ਪੀਰੀਅਡ ਆਫ ਟਾਈਮ ਵੀ ਰੱਖਿਆ ਜਾਂਦਾ ਹੈ, ਕੰਪਲੀਸ਼ਨ ਆਫ ਕੋਈ ਪ੍ਰੋਜੈਕਟ ਕੰਪਲੀਟ ਹੋ ਗਿਆ ਉਦੋਂ ਹੀ ਪਾਰਟਨਰਸ਼ਿਪ ਖਤਮ ਵੀ ਹੋ ਸਕਦੀ ਹੈ, ਠੀਕ ਹੈ। ਕੋਈ ਨਵਾਂ ਪਾਰਟਨਰ ਆ ਜਾਏ, ਜੇ ਸਪੋਜ਼ ਕਰੋ ਕੋਈ ਨਵਾਂ ਪਾਰਟਨਰ ਆ ਗਿਆ ਤਾਂ ਬਿਜ਼ਨਸ ਦੁਬਾਰਾ ਤੋਂ ਨਵੇਂ ਤਰੀਕੇ ਤੋਂ ਸਟਾਰਟ ਹੋ ਜਾਂਦਾ, ਠੀਕ ਹੈ। ਉਸ ਸਥਾਨ ਤੋਂ ਕੰਟੀਨਿਊ ਨਹੀਂ ਕਰਦਾ, ਦੁਬਾਰਾ ਤੋਂ ਸਟਾਰਟ ਹੋ ਜਾਂਦਾ, ਕਿਉਂਕਿ ਜੋ ਇੱਕ ਬੰਦਾ ਜਿਹੜਾ ਸਾਡੇ ਹੱਥੋਂ ਗਿਆ ਉਹ ਸਾਨੂੰ ਕੀ ਪਤਾ ਸੀ ਕਿ ਉਹ ਘੱਟ ਸ਼ੇਅਰ ਵਾਲਾ, ਸਾਨੂੰ ਇਹ ਡਿਸੀਜ਼ਨ ਲੈਣਾ ਹੋਏਗਾ ਕਿ ਜਿਹੜਾ ਪਾਰਟਨਰ ਛੱਡ ਕੇ ਗਿਆ, ਜੇ ਸਪੋਜ਼ ਕਰੋ ਕੋਈ ਪਾਰਟਨਰ ਛੱਡ ਕੇ ਚਲਾ ਗਿਆ, ਠੀਕ, ਉਹਦਾ ਕਿੰਨਾ ਸ਼ੇਅਰ ਸੀ। ਜੇ ਉਹਦਾ ਜਿੰਨਾ ਜ਼ਿਆਦਾ ਸ਼ੇਅਰ ਸੀ ਇਸਦਾ ਮਤਲਬ ਉਨੇ ਜ਼ਿਆਦਾ ਪੈਸੇ ਲੈ ਕੇ ਆਇਆ ਹੋਣਾ, ਉਨੇ ਉਹਦਾ ਕੰਟਰੀਬਿਊਟ ਹੋਣਾ, ਠੀਕ ਹੈ। ਫਿਰ ਉਸ ਨੂੰ ਡਿਵਾਈਡ ਕਰਨਾ, ਫਿਰ ਉਸ ਨੂੰ ਸ਼ੇਅਰ ਜਿਹੜਾ ਨਵਾਂ ਬੰਦਾ ਆਇਆ ਉਸ ਨੂੰ ਕਿਸ ਹਿਸਾਬ ਸਿਰ ਸ਼ੇਅਰ ਦੇਣਾ, ਅਤੇ ਉਹ ਬੰਦਾ ਕੀ ਲੈ ਕੇ ਆ ਰਿਹਾ ਨਾਲ ਆਪਣੇ, ਇਕੱਲਾ ਐਵੇਂ ਤਾਂ ਆ ਜਾਏਗਾ ਨਹੀਂ ਖਾਲੀ ਹੱਥ, ਕੁਛ ਤਾਂ ਲੈ ਕੇ ਆਏਗਾ ਨਾਲ, ਠੀਕ ਹੈ। ਤਾਂ ਹੀ ਉਹਦੀ ਵੈਲਿਊ ਬਣੇਗੀ ਜ਼ਿਆਦਾ, ਠੀਕ ਹੈ। ਉਸ ਤੋਂ ਬਾਅਦ ਅਨਲਿਮਟਿਡ ਲਾਇਬਿਲਿਟੀ ਦਾ ਹੁਣ ਧਿਆਨ ਨਾਲ ਮਤਲਬ ਸਮਝਣਾ। ਈਚ ਪਾਰਟਨਰ ਇਜ਼ ਅ ਪਰਸਨਲੀ ਐਂਡ ਇੰਡੀਵਿਜੂਅਲੀ ਲਾਇਬਲ, ਠੀਕ ਹੈ। ਈਚ ਪਾਰਟਨਰ ਇਜ਼ ਅ ਪਰਸਨਲੀ ਐਂਡ ਇੰਡੀਵਿਜੂਅਲੀ liable for all partnership liabilities. Creditors' claims attach first to the partnership assets. If they are insufficient, then the claims then attach to the personal resources of the any partner.
irrespective of that partner's equity in the partnership, ठीक है, because each partner is responsible for all the debts of the partnership. Each partner is said to have a unlimited liability, ਠੀਕ ਹੈ। ਭਾਵੇਂ ਉਹਦਾ ਉਹਨੇ ਜਿੰਨਾ ਮਰਜ਼ੀ ਬਿਜ਼ਨਸ 'ਚ ਪੈਸਾ ਲਾਇਆ ਹੋਵੇ, ਦੂਜੇ ਨਾਲੋਂ ਜ਼ਿਆਦਾ ਲਾਇਆ ਹੋਵੇ ਪੈਸਾ, ਉਹਦਾ ਦੂਜੇ ਨਾਲੋਂ ਜ਼ਿਆਦਾ ਸ਼ੇਅਰ ਹੋਵੇ, ਬਟ ਜਦੋਂ ਪੈਸੇ ਦੀ ਦੇਣਦਾਰੀ ਆਏਗੀ, ਠੀਕ ਹੈ, ਤਾਂ ਜੇ ਉਹਦੇ ਬਿਜ਼ਨਸ ਦੇ ਐਸੈਟ ਖਤਮ ਹੋ ਜਾਂਦੇ ਨੇ ਤਾਂ ਉਹ ਹਰੇਕ ਪਾਰਟਨਰ ਜਿਹੜਾ ਹੋਏਗਾ ਆਪਣੇ ਪਰਸਨਲ ਐਸੈਟ ਦਾ ਵੀ ਉਨਾ ਹੀ ਲਾਇਬਲ ਹੋਏਗਾ ਹੀ ਹੋਏਗਾ, ਠੀਕ ਹੈ। ਕਿਉਂਕਿ ਇਹਨਾਂ ਨੇ ਆਪਣੇ ਐਗਰੀਮੈਂਟ ਵਿੱਚ ਇਹ ਚੀਜ਼ ਜ਼ਾਹਿਰ ਕੀਤੀ ਹੋਈ ਹੈ ਕਿ ਸਾਡੇ ਜਿਹੜੇ ਪਰਸਨ 'ਚ ਉਹਨਾਂ ਨੇ ਆਪਣੀ ਲਿਸਟ ਬਣਾ ਕੇ ਦਿੱਤੀ ਹੋਣੀ ਕਿ ਸਾਡੇ ਪਰਸਨਲ ਐਸੈਟ ਨੇ, ਇਹ ਐਸੈਟ ਜਿਹੜੇ ਉਹਨੇ ਮੈਨੇ ਕੰਟਰੀਬਿਊਟ ਬਿਜ਼ਨਸ ਵਿੱਚ ਕੀਤੇ ਨੇ। ਜੇ ਬਿਜ਼ਨਸ ਦੇ ਖਤਮ ਹੋਣ ਤੋਂ ਬਾਅਦ ਵੀ ਦੇਣਦਾਰੀਆਂ ਨਹੀਂ ਮੁੱਕ ਰਹੀਆਂ ਤਾਂ ਉਹਨਾਂ ਨੂੰ ਪਰਸਨਲ ਐਸੈਟ ਉਹ ਵੀ ਉਸ ਨੂੰ ਵੀ ਉਹਨਾਂ ਨੂੰ ਇਸ ਦਾ ਪਾਰਟ ਬਣਾਉਣਾ ਹੀ ਪਏਗਾ, ਠੀਕ ਹੈ। ਪਾਰਟਨਰਸ਼ਿਪਸ ਐਂਡ ਟੈਕਸਿਸ, ਦ ਨੈਟ ਇਨਕਮ ਆਫ ਦੀ ਪਾਰਟਨਰਸ਼ਿਪ ਇਟ ਇਜ਼ ਨੋਟ ਟੈਕਸਡ ਐਜ਼ ਅ ਸੈਪਰੇਟ ਐਂਟਿਟੀ, ਠੀਕ ਹੈ। ਜਿਹੜੀ ਨੈਟ ਇਨਕਮ ਆਫ ਦੀ ਪਾਰਟਨਰਸ਼ਿਪ ਹੁੰਦੀ ਹੈ ਔਨ ਇਜ਼ ਨੋਟ ਟੈਕਸ ਐਟ ਅ ਸੈਪਰੇਟ ਐਂਟਿਟੀ, ਬਟ ਅ ਪਾਰਟਨਰਸ਼ਿਪ ਮਸਟ ਫਾਈਲ ਅ ਇਨਫੋਰਮੇਸ਼ਨ ਟੈਕਸ ਰਿਟਰਨ showing the partnership net income, each partner share of that income, ठीक है। each partner share is taxable at personal tax rates regardless of the amount of net income each withdraw from the business during the year, ठीक है फ्रेंड्स। ਜਿਹੜੀ ਉਹਦੀ ਨੈਟ ਇਨਕਮ ਹੋਏਗੀ ਉਹ ਕੋਈ ਸੈਪਰੇਟਲੀ ਟੈਕਸ ਨਹੀਂ ਕੀਤੀ ਜਾਏਗੀ, ਠੀਕ ਹੈ, ਪਾਰਟਨਰਸ਼ਿਪ ਦੀ। ਬਟ ਕਹਿਣਾ ਚਾਹ ਰਿਹਾ ਕਿ ਮਸਟ ਫਾਈਲ ਇਨਫੋਰਮੇਸ਼ਨ, ਬਟ ਟੈਕਸ ਜਿਹੜੀ ਸੈਪਰੇਟ ਤਾਂ ਨਹੀਂ ਐਂਟਿਟੀ ਕੀਤੀ ਜਾਏਗੀ, ਬਟ ਉਹ ਇਹ ਕਹਿਣਾ ਚਾਹ ਰਿਹਾ ਕਿ ਜਿਹੜਾ ਉਹ ਆਪਣੀ ਪਰਸਨਲ ਰਿਟਰਨ ਭਰੇਗਾ ਉਹ ਉਸਨੂੰ ਦਿਖਾਉਣਾ ਹੀ ਪਏਗਾ ਕਿ ਉਸ ਕਿੰਨੀ ਪਰਸਨਲ ਰਿਟਰਨ ਭਰ, ਕਿਸ ਇਨਕਮ ਉੱਪਰ ਕਿੰਨੀ ਭਰ ਰਿਹਾ ਉਹ, ਠੀਕ ਹੈ, ਇਹ ਉਹਨੂੰ ਦੱਸਣਾ ਹੀ ਪਏਗਾ। ਸ਼ੇਅਰ ਦੀ ਇਨਕਮ ਔਰ ਲੋਸ, ਠੀਕ ਹੈ, ਇਨਕਮ ਔਰ ਲੋਸ ਸ਼ੇਅਰ ਹੋਣਗੇ। ਪਾਰਟਨਰਸ਼ਿਪ ਨੈਟ ਇਨਕਮ is also co-owned, all net income all net loss is shared according to the given ratio। ਜਿੰਨੀ ਰੇਸ਼ੋ ਹੋਏਗੀ ਉਹ ਜਦੋਂ ਆਉਣ ਵਾਲਾ ਆਪਣਾ ਪਾਰਟ ਆਏਗਾ ਨਾ ਉਸ ਵਿੱਚ ਤੁਹਾਨੂੰ ਮੈਂ ਰੇਸ਼ੋ ਦੱਸਾਂਗਾ ਕਿ ਕਿਸ ਤਰ੍ਹਾਂ ਰੇਸ਼ੋ ਇੱਕ ਦੂਜੇ ਨਾਲ ਡਿਵਾਈਡ ਹੁੰਦੀ ਹੈ। ਇਹ ਰੇਸ਼ੋ ਜ਼ਿਆਦਾਤਰ ਕੈਪੀਟਲ ਉੱਪਰ ਹੀ ਹੁੰਦੀ ਹੈ ਕਿ ਕਿੰਨੀ ਕੈਪੀਟਲ ਤੁਸੀਂ ਕਿੰਨੀ ਲੈ ਕੇ ਆ ਰਹੇ ਹੋ, ਉਸ ਹਿਸਾਬ ਸੇ ਤੁਹਾਡੀ ਰੇਸ਼ੋ ਡਿਸਾਈਡ ਹੁੰਦੀ ਹੈ, ਠੀਕ ਹੈ। ਜੇ ਡਿਸਾਈਡਡ ਨਹੀਂ ਹੈ ਤਾਂ ਸਪੋਜ਼ ਕਰੋ ਜੇ ਡਿਸਾਈਡਡ ਨਹੀਂ ਹੈ ਪਾਰਟਨਰਸ਼ਿਪ ਡੀਡ ਵਿੱਚ ਡਿਸਾਈਡਡ ਨਹੀਂ ਹੈ, ਤਾਂ ਜੇ ਡਿਸਾਈਡ ਨਹੀਂ ਹੈ ਤਾਂ ਇਕੁਅਲੀ ਮਤਲਬ ਕਿ ਸ਼ੇਅਰ ਕਰਨਗੇ ਸਾਰਾ ਕੁਝ ਜਿੰਨਾ ਵੀ ਪ੍ਰੋਫਿਟ ਆਇਆ, ਠੀਕ ਹੈ। ਜੇ 18,000 ਰੁਪਏ ਹੈ ਤਾਂ 3 ਬੰਦਿਆਂ ਵਿੱਚ 6,000 ਰੁਪਏ ਆ ਜਾਏਗਾ, ਠੀਕ ਹੈ। ਜੇ ਰੇਸ਼ੋ ਵਿੱਚ ਹੈ ਤਾਂ ਰੇਸ਼ੋ ਦੇ ਹਿਸਾਬ ਸਿਰ ਹੀ ਮਿਲੇਗਾ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਕੀ ਹਨ। ਐਡਵਾਂਟੇਜ ਮਤਲਬ ਈਜ਼ੀ ਟੂ ਫੋਰਮ ਹੈ, ਕੋਈ ਲੀਗਲ ਰਿਕੁਆਇਰਮੈਂਟ ਦੀ ਲੋੜ ਨਹੀਂ। ਪਾਰਟਨਰ ਕੈਨ ਕੰਬਾਈਨ ਦੀ ਐਕਸਪਰਟੀਜ਼, ਠੀਕ ਹੈ, ਕੰਬਾਈਨ ਦੀ ਕੈਪੀਟਲ ਕੰਬਾਈਨਡ ਹੋ ਜਾਂਦੀ ਹੈ। ਸਪਰੈਡ ਦੀ ਵਰਕਲੋਡ ਸਪਰੈਡ ਹੋ ਜਾਂਦਾ ਹੈ, ਠੀਕ ਹੈ, ਇੱਕ ਬੰਦੇ ਉੱਪਰ ਸਾਰਾ ਚੀਜ਼ ਨਹੀਂ ਆ ਜਾਂਦੀ, ਠੀਕ ਹੈ। ਡਿਸੀਜ਼ਨ ਮੇਕਿੰਗ ਅੱਛੀ ਹੋ ਜਾਂਦੀ ਹੈ, ਠੀਕ ਹੈ। ਸ਼ੇਅਰਿੰਗ ਹੋ ਜਾਂਦੀ ਹੈ, ਈਜ਼ੀਅਰ ਟੂ ਰੇਜ਼, ਪੈਸਾ ਲਿਆਉਣਾ ਆਸਾਨ ਹੋ ਜਾਂਦਾ ਬਿਜ਼ਨਸ ਵਿੱਚ, ਠੀਕ ਹੈ। ਇਹ ਤਾਂ ਹੋ ਗਈ ਐਡਵਾਂਟੇਜਿਸ। ਡਿਸਐਡਵਾਂਟੇਜਿਸ ਕੀ ਹੋਣਗੀਆਂ। ਮੋਰ ਪੀਪਲ ਟੂ ਸ਼ੇਅਰ ਇਨ ਦ ਪ੍ਰੋਫਿਟ, ਬਹੁਤ ਜ਼ਿਆਦਾ ਬੰਦੇ ਆ ਜਾਂਦੇ ਪ੍ਰੋਫਿਟ ਵਿੱਚ, ਠੀਕ ਹੈ। ਜੇ ਐਗਰੀਮੈਂਟ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਮੈਕਸੀਮਮ ਨੰਬਰ ਵੀ ਹੋ ਸਕਦੇ ਆ, ਮੀਨੀਅਮ ਤਾਂ ਹੈ ਹੀ, ਉਸ ਤੋਂ ਵੱਧ ਕਿੰਨੇ ਵੀ ਹੋ ਸਕਦੇ ਆ, ਤਾਂ ਕਿੰਨੇ ਹੀ ਪ੍ਰੋਫਿਟ ਸ਼ੇਅਰ ਕਰਨਗੇ, ਠੀਕ ਹੈ। ਜਨਰਲ ਪਾਰਟਨਰਸ ਹੈਵ ਅਨਲਿਮਿਟਡ ਲਾਇਬਿਲਿਟੀ, ਯਾਨੀ ਕਿ ਪਰਸਨਲ ਐਸੈਟ ਦੇ ਵੀ ਲਾਇਬਲ ਹਨ, ਠੀਕ ਹੈ, ਤਾਂ ਇਹ ਵੀ ਉਹਨਾਂ ਨੂੰ ਔਖੀ ਚੀਜ਼ ਲੱਗਦੀ ਹੈ। ਕਈ ਵਾਰੀ ਡਿਸਐਗਰੀਮੈਂਟ ਹੋ ਜਾਂਦੇ ਨੇ, ਠੀਕ ਹੈ। ਪਾਰਟਨਰਸ਼ਿਪ ਮੇ ਹੈਵ ਡਿਜ਼ੋਲਵਡ ਇਫ ਅ ਪਾਰਟਨਰਸ਼ਿਪ ਡਾਈਜ਼, ਠੀਕ ਹੈ। ਪਾਰਟਨਰਸ਼ਿਪ ਡਿਜ਼ੋਲਵ ਹੋ ਜਾਂਦੀ ਹੈ ਜੇ ਕੋਈ ਇੱਕ ਪਾਰਟਨਰ ਡਾਈ ਹੋ ਜਾਂਦਾ, ਮਰ ਜਾਂਦਾ ਹੈ, ਠੀਕ ਹੈ, ਉਸੇ ਟਾਈਮ ਉਹ ਪਾਰਟਨਰਸ਼ਿਪ ਡਿਜ਼ੋਲਵ ਹੋ ਜਾਂਦੀ ਹੈ, ਠੀਕ ਹੈ। डिविडेंड नेट इनकम और नेट लॉस, पार्टनरशिप नेट इनकम और नेट लॉस इज शेयर्ड इक्वली अनलेस, वही कह रहे हैं ना, अनलेस द पार्टनरशिप कॉन्टैक्ट इंडिकेट्स अदरवाइज, जब तक आपस ਵਿੱਚ ਕੰਸੈਂਟ ਨਹੀਂ ਹੈ ਕਿ ਆਪਾਂ ਨੇ ਇੰਨਾ ਸ਼ੇਅਰ ਲੈਣਾ ਹੈ, ਇੰਨੀ ਰੇਸ਼ੋ 'ਚ ਲੈਣਾ ਹੈ, ਜੇ ਉਹ ਨਹੀਂ ਹੈ ਤਾਂ ਇਕੁਅਲੀ ਹੋਏਗਾ, ਠੀਕ ਹੈ। ਦ ਸੇਮ ਬੇਸਿਸ ਫॉर द डिवीजन यूजली ਅਪਲਾਈ ਟੂ ਦ ਨੈਟ ਇਨਕਮ ਐਂਡ ਨੈਟ ਲॉस, ਠੀਕ ਹੈ। ਇਹ ਸਾਰੇ ਚੀਜ਼ਾਂ ਨੈਟ ਇਨਕਮ ਜਾਂ ਨੈਟ ਲॉस ਲਈ ਵੀ ਹੈ, ਠੀਕ ਹੈ। ਐਂਡ ਇਸ ਕੋਲਡ ਦਾ ਇਨਕਮ ਰੇਸ਼ੋ ਔਰ ਦੀ ਪ੍ਰੋਫਿਟ ਔਰ ਲੋਸ ਰੇਸ਼ੋ, ਪ੍ਰੋਫਿਟ ਲੋਸ ਰੇਸ਼ੋ ਆਪਾਂ ਇਸ ਨੂੰ ਕਹਿ ਸਕਦੇ ਹਾਂ। ਅ ਪਾਰਟਨਰ ਸ਼ੇਅਰ ਆਫ ਦੀ ਨੈਟ ਇਨਕਮ ਔਰ ਨੈਟ ਲੋਸ ਇਜ਼ ਰੈਕਗਨਾਈਜ਼ ਐਜ਼ ਦਾ ਅਕਾਊਂਟ ਥਰੂ ਦਾ ਕਲੋਜ਼ਿੰਗ ਐਂਟਰੀ, ਠੀਕ ਹੈ। ਜਿਹੜਾ ਉਹਨਾਂ ਨੂੰ ਨੈਟ ਇਨਕਮ ਨੈਟ ਲੋਸ ਮਿਲਦਾ ਉਹ ਉਹਨਾਂ ਨੂੰ ਜਿਹੜੇ ਸਾਲ ਦੇ ਅੰਤ ਵਿੱਚ ਜਾਂ ਪੂਰੀ ਕਲੋਜ਼ਿੰਗ ਐਂਟਰੀਜ਼ ਪੈਂਦੀਆਂ, ਜਦੋਂ ਖਤਮ ਮਤਲਬ ਬੰਦ ਕਰਨ ਵਾਲੀ ਐਂਟਰੀਆਂ ਪੈਂਦੀਆਂ, ਉਸ ਵਕਤ ਉਹਨਾਂ ਨੂੰ ਇਹ ਚੀਜ਼ ਮਿਲਦੀ ਹੈ, ਠੀਕ ਹੈ ਫਰੈਂਡਸ। ਸੋ ਬਾਕੀ ਆਪਾਂ ਕੱਲ੍ਹ ਕਰਾਂਗੇ, ਠੀਕ ਹੈ। ਅੱਜ ਆਪਾਂ ਇੰਨਾ ਸਮਝਾਂਗੇ, ਠੀਕ ਹੈ। ਬਾਕੀ ਆਪਾਂ ਇਸ ਦੇ ਅਕਾਊਂਟਸ ਬਾਰੇ ਜਿਹੜੇ ਆ ਉਹ ਆਪਾਂ ਕੱਲ੍ਹ ਗੱਲ ਕਰਾਂਗੇ। ਸੋ ਅੱਜ ਲਈ ਇੰਨਾ ਹੀ, ਠੀਕ ਹੈ ਫਰੈਂਡਸ। ਸੋ ਥੈਂਕ ਯੂ। ਅਤੇ ਆਪਾਂ ਪਿੱਛੇ MCQs ਦੀ ਪ੍ਰੈਕਟਿਸ ਕੀਤੀ ਹੈ, ਹੁਣ ਇਸ ਤੋਂ ਬਾਅਦ ਵੀ ਆਪਾਂ MCQs ਦੀ ਪ੍ਰੈਕਟਿਸ 100% ਕਰਾਂਗੇ, ਠੀਕ ਹੈ। ਭੋਰਾ ਚਿੰਤਾ ਨਹੀਂ ਕਰਨੀ, ਠੀਕ ਹੈ ਫਰੈਂਡਸ। ਅਤੇ ਜਿਵੇਂ ਬੱਚੇ ਕਹਿ ਰਹੇ ਸੀ ਕਿ ਗੋਲਡਨ ਰੂਲਸ ਵਗੈਰਾ ਇਹ ਮੈਂ ਸਾਰਾ ਦੁਬਾਰਾ ਇੱਕ ਵਾਰੀ ਤੁਹਾਨੂੰ ਰਿਵੀਜ਼ਨ ਕਰਾ ਦਾਂਗਾ, ਠੀਕ ਹੈ। ਅਤੇ ਭੋਰਾ ਚਿੰਤਾ ਨਹੀਂ ਕਰਨੀ, ਜਿਵੇਂ ਆਪਾਂ ਪਿੱਛੇ ਪੈਨ ਲੈਕਚਰ ਕੀਤੇ ਆ, ਮੈਂ ਹੋ ਸਕਦਾ ਤੁਹਾਨੂੰ ਜਿਹੜੇ ਪਿਛਲੇ ਪੈਨ ਲੈਕਚਰ ਕਰਾਇਆ ਆ ਉਹਦਾ ਇੱਕ ਕੰਬਾਈਨ ਵੀਡੀਓ ਲਿਆ ਦੇਵਾਂ, ਠੀਕ ਹੈ। ਜਿੰਨਾ ਕਰਾਇਆ ਤੁਹਾਨੂੰ ਉਸ ਨੂੰ ਇੱਕ ਲੈਕਚਰ ਵਿੱਚ 1.5 ਜਾਂ 2 ਘੰਟੇ ਲੈਕਚਰ ਵਿੱਚ ਤੁਹਾਨੂੰ ਦੁਬਾਰਾ ਸਮਝਾ ਦੇਵਾਂ,
ਠੀਕ ਹੈ। ਜਿੰਨੀ ਵਾਰੀ ਜਦ ਤੱਕ ਪੇਪਰ ਨਹੀਂ ਆ ਜਾਂਦਾ ਨਾ, ਆਪਾਂ 10 ਜਾਂ 15 ਵਾਰੀ, 20 ਵਾਰੀ, 25, 30, 35 ਜਿੰਨੀ ਵਾਰੀ ਰਿਵੀਜ਼ਨ ਕਰਨੀ ਹੋਈ ਕਰ ਲਾਂਗੇ, ਠੀਕ ਹੈ ਫਰੈਂਡਸ। ਸੋ ਕਮੈਂਟ ਵਿੱਚ ਆਪਣੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਪਾਉਂਦੇ ਰਹੋ, ਠੀਕ ਹੈ। ਮੈਂ ਉਹਦਾ ਸਲੂਸ਼ਨ ਲੈ ਕੇ ਆਉਣ ਵਾਲੇ ਲੈਕਚਰ ਵਿੱਚ ਹਾਜ਼ਰ ਹੁੰਦਾ ਜਾਵਾਂਗਾ। ਸੋ ਪੇਡ ਕੋਰਸ ਵੀ ਅਵੇਲੇਬਲ ਹੋ ਚੁੱਕਾ ਹੈ, www.gilsmentor.com ਤੋਂ ਜਾ ਕੇ ਖਰੀਦ ਸਕਦੇ ਹੋ, ਠੀਕ ਹੈ। ਕਾਫੀ ਬੱਚੇ ਜੁਆਇਨ ਕਰ ਰਹੇ ਨੇ, ਠੀਕ ਹੈ ਫਰੈਂਡਸ। ਕਾਫੀ ਬੱਚਿਆਂ ਦੇ ਮੈਨੂੰ ਅੱਛੇ ਫੀਡਬੈਕ ਆ ਰਹੇ ਨੇ, ਠੀਕ ਹੈ। ਉੱਥੇ ਜਾ ਕੇ ਤੁਸੀਂ ਦੇਖੋਗੇ ਤਾਂ ਪੂਰਾ ਸਟਰਕਚਰ ਵਾਈਜ਼ ਤੁਹਾਨੂੰ ਪੂਰੇ ਕੋਰਸਿਸ ਮਿਲ ਰਹੇ ਨੇ। ਜਿਹੜੇ ਬੱਚੇ ਚਾਹਵਾਨ ਹਨ, ਮੈਂ ਤੁਹਾਨੂੰ ਹੁਣ ਬਾਰ-ਬਾਰ ਕਹਿ ਰਿਹਾ, ਜਿਹੜੇ ਬੱਚੇ ਚਾਹਵਾਨ ਹਨ ਉਹ ਹੀ ਖਰੀਦਣ, ਠੀਕ ਹੈ। ਜਿਨ੍ਹਾਂ ਨੂੰ ਲੱਗਦਾ ਤੁਸੀਂ ਖਰੀਦ ਸਕਦੇ ਹੋ ਤਾਂ ਤੁਸੀਂ ਜ਼ਰੂਰ ਜਾ ਕੇ ਖਰੀਦੋ, ਠੀਕ ਹੈ। ਇਸ ਵਿੱਚ ਤੁਹਾਡਾ ਹੀ ਫਾਇਦਾ ਹੈ, ਫਾਇਦਾ ਤੁਹਾਡਾ ਹੈ, ਠੀਕ ਹੈ ਫਰੈਂਡਸ। ਸੋ ਥੈਂਕ ਯੂ। ਹੁਣ ਆਪਾਂ ਕੱਲ੍ਹ ਮਿਲਾਂਗੇ। ਟੇਕ ਕੇਅਰ।